ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਗੁਰੂ ਨਾਨਕ ਦੇਵ ਜੀ ਦਰਿਆ ਦੇ ਉੱਪਰ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰ ਰਹੇ ਸਨ। ਤੁਕ ਪੜ੍ਹ ਰਹੇ ਸਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਇੱਥੇ ਸ਼ੁਰੂ ਕਰਕੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਇੱਕ ਸਿੰਧੀ ਪਾਣੀ ਭਰਨ ਵਾਸਤੇ ਆਇਆ। ਉਸਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਇਹ ਤੁਕਾਂ ਸੁਣੀਆਂ ਅਤੇ ਹੈਰਾਨ ਹੋ ਗਿਆ ਕਿ ਗੁਰੂ ਸਾਹਿਬ ਜੀ ਕੀ ਬਾਣੀ ਪੜ੍ਹ ਰਹੇ ਹਨ। ਉਹ ਥੋੜ੍ਹੀ ਦੇਰ ਗੁਰੂ ਸਾਹਿਬ ਜੀ ਨੂੰ ਸੁਣਦਾ ਰਿਹਾ ਅਤੇ ਫਿਰ ਪਾਣੀ ਲੈ ਕੇ ਆਪਣੇ ਗੁਰੂ ਕੋਲ ਚਲਾ ਗਿਆ। ਉਸਦੇ ਗੁਰੂ ਨੇ ਪੁੱਛਿਆ, ਬੱਚਾ ਇੰਨਾ ਟਾਈਮ ਕਿਉਂ ਲਾ ਕੇ ਆਇਆ ਹੈ? ਤਾਂ ਉਸਨੇ ਕਿਹਾ, ਪੀਰ ਜੀ, ਦਰਿਆ ਦੇ ਉੱਪਰ ਇੱਕ ਫਕੀਰ ਬੈਠਾ ਹੈ। ਉਹ ਕੁਫਰ ਬੋਲਦਾ ਹੈ। ਤੁਸੀਂ ਕਹਿੰਦੇ ਹੋ 14 ਤਬਕ ਹਨ। ਕੁਰਾਨ ਮਜੀਦ ਵੀ ਇਹੀ ਕਹਿੰਦੀ ਹੈ ਕਿ 14 ਤਬਕ ਹਨ, ਪਰ ਇਸ ਨੇ ਲੱਖਾਂ ਹੀ ਆਖੇ ਹਨ। ਜਦੋਂ ਤੋਂ ਮੈਂ ਉਸਦੀ ਬਾਤ ਸੁਣੀ ਹੈ, ਮੈਨੂੰ ਉਸਦੀ ਹੈਰਾਨਗੀ ਲੱਗ ਰਹੀ ਹੈ। ਪੀਰ ਨੇ ਕਿਹਾ, ਬੱਚਾ, ਹਿੰਦੂ ਫਕੀਰ ਕਿੱਥੇ ਹੈ? ਤਾਂ ਉਸਨੇ ਕਿਹਾ, ਦਰਿਆ ਉੱਪਰ ਬੈਠੇ ਹਨ। ਪੀਰ ਨੇ ਕਿਹਾ, ਉਹਨਾਂ ਨੂੰ ਸੱਦ ਕੇ ਲੈ ਕੇ ਆਓ। ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾਉਣ ਲਈ ਗਿਆ ਤਾਂ ਗੁਰੂ ਸਾਹਿਬ ਜੀ ਰਸਤੇ ਵਿੱਚ ਆ ਰਹੇ ਸਨ ਅਤੇ ਕਹਿਣ ਲੱਗੇ, ਅਸੀਂ ਤੇਰੇ ਗੁਰੂ ਕੋਲ ਹੀ ਆ ਰਹੇ ਹਾਂ। ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਬਾਲਾਂ ਤੇ ਮਰਦਾਨੇ ਨਾਲ ਲੈ ਕੇ ਆਪਣੇ ਪੀਰ ਪਾਸ ਆਇਆ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਸਲਾਮ-ਅਲੈਕਮ। ਤਾਂ ਪੀਰ ਨੇ ਵੀ ਉਸਦਾ ਜਵਾਬ ਦਿੱਤਾ ਅਤੇ ਆਪਸ ਵਿੱਚ ਗੱਲਾਂ ਕਰਨ ਲੱਗੇ। ਤਾਂ ਫਿਰ ਉਹ ਸਿੰਧੀ ਕਹਿਣ ਲੱਗਾ, ਪੀਰ ਜੀ, ਤੁਸੀਂ ਤਾਂ ਆਪਣੀ ਹੀ ਗੱਲਾਂ ਕਰ ਰਹੇ ਹੋ, ਮੇਰੇ ਸਵਾਲ ਦਾ ਜਵਾਬ ਦਿਓ। ਤਾਂ ਪੀਰ ਨੇ ਕਿਹਾ, ਕਹੋ ਬੱਚਾ, ਕੀ ਕਹਿੰਦੇ ਹੋ? ਤਾਂ ਉਸਨੇ ਕਿਹਾ ਕਿ 14 ਤਬਕ ਹੀ ਆਖੇ ਹਨ, ਪਰ ਇਹ ਲੱਖਾਂ ਕਹਿ ਰਹੇ ਹਨ। ਪੀਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਸਾਨੂੰ ਇਹ ਦੱਸੋ ਕਿ ਤੁਸੀਂ ਕੀ ਬਾਣੀ ਪੜ੍ਹ ਰਹੇ ਸੀ? ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਠੀਕ ਹੈ, ਅਸੀਂ ਦੱਸ ਦੇਵਾਂਗੇ। ਤੁਸੀਂ ਪਹਿਲਾਂ ਸਾਰੇ ਆਪਣੇ ਚੇਲਿਆਂ ਨੂੰ ਇਕੱਠੇ ਕਰ ਲਓ। ਤਾਂ ਉਸ ਪੀਰ ਨੇ ਕਿਹਾ, ਤੁਸੀਂ ਇੱਥੇ ਹੀ ਬੈਠੋ, ਮੈਂ ਆਪਣੇ ਸਾਰੇ ਚੇਲਿਆਂ ਨੂੰ ਇਕੱਠੇ ਕਰਕੇ ਲੈ ਕੇ ਆਉਂਦਾ ਹਾਂ ਅਤੇ ਸਾਨੂੰ ਇਹ ਦੱਸੋ ਕਿ ਗੁਰਮੁਖ ਕਿਸ ਨੂੰ ਆਖਦੇ ਹਨ? ਗੁਰੂ ਜੀ ਨੇ ਕਿਹਾ, ਮੈਨੂੰ ਨਹੀਂ ਪਤਾ, ਤੁਸੀਂ ਦੱਸੋ, ਅਸੀਂ ਤੁਹਾਡੇ ਪਾਸ ਪੁੱਛਣ ਆਏ ਹਾਂ ਕਿ ਗੁਰਮੁਖ ਕਿਸ ਨੂੰ ਆਖਦੇ ਹਨ। ਤਾਂ ਉਸ ਪੀਰ ਨੇ ਕਿਹਾ, ਠੀਕ ਹੈ, ਮੈਂ ਪੁੱਛ ਕੇ ਆਉਂਦਾ ਹਾਂ, ਤੁਸੀਂ ਇੱਥੇ ਹੀ ਬੈਠੇ ਰਹਿਣਾ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ਠੀਕ ਹੈ, ਅਸੀਂ ਇੱਥੇ ਹੀ ਬੈਠਾਂਗੇ। ਫਿਰ ਮਰਦਾਨੇ ਨੇ ਪੁੱਛਿਆ, ਗੁਰੂ ਜੀ, ਇਹ ਕਿੱਥੋਂ ਪੁੱਛਣ ਗਏ ਹਨ? ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਮਰਦਾਨਾ, ਇਹ ਮੱਕੇ ਜਾ ਰਹੇ ਹਨ। ਮਰਦਾਨੇ ਨੇ ਪੁੱਛਿਆ, ਜੀ ਗੁਰੂ ਜੀ, ਉਹ ਹੀ ਮੱਕਾ ਹੈ ਜਿੱਥੇ ਆਪਾਂ ਗਏ ਸੀ? ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਹਾਂ, ਉਹ ਹੀ ਮੱਕਾ ਹੈ। ਗੁਰੂ ਸਾਹਿਬ ਜੀ ਨੇ ਉਸ ਨੂੰ ਫਕੀਰ ਨੂੰ ਕਿਹਾ, ਤੁਸੀਂ ਪਾਣੀ ਦੇ ਰਾਹੀਂ, ਜਹਾਜ਼ ਦੇ ਰਾਹੀਂ ਜਾਣਾ ਹੈ। ਤਾਂ ਉਸ ਪੀਰ ਨੇ ਕਿਹਾ, ਠੀਕ ਹੈ। ਜਦੋਂ ਪੀਰ ਜਹਾਜ਼ ਦੇ ਰਾਹੀਂ ਮੱਕੇ ਜਾਣ ਲੱਗਿਆ ਤਾਂ ਉਸਨੇ ਸੋਚਿਆ, ਕਿੰਨਾ ਸੁੰਦਰ ਪਹਾੜ ਹੈ। ਰਸਤੇ ਵਿੱਚ
ਇਸ ਪਹਾੜ ਦੀ ਸੈਰ ਕਰ ਲਈਏ। ਜਦੋਂ ਮਨ ਵਿੱਚ ਇਹ ਸੋਚ ਰਿਹਾ ਸੀ ਤਾਂ ਪਹਾੜ ਦੇ ਨਾਲ ਉਹ ਜਹਾਜ਼ ਜਾ ਕੇ ਲੱਗ ਗਿਆ ਅਤੇ ਜਹਾਜ਼ ਦੇ ਮਾਲਕ ਨੇ ਕਿਹਾ, ਜਿਸ ਨੇ ਇੱਥੇ ਉਤਰਨਾ ਹੈ ਉਤਰ ਜਾਓ। ਤਾਂ ਉਹ ਪੀਰ ਉੱਥੇ ਉਤਰ ਗਿਆ। ਕੀ ਦੇਖਦਾ ਹੈ, ਬੜੀ ਸੁੰਦਰ ਜਗ੍ਹਾ ਹੈ, ਬੜੀਆਂ ਸੁੰਦਰ ਸੇਜਾਂ ਵਿਛੀਆਂ ਹਨ, ਸਾਰੀਆਂ ਸਮੱਗਰੀਆਂ ਹਾਜ਼ਰ ਹਨ, ਪਰ ਉੱਥੇ ਰਹਿਣ ਵਾਲਾ ਕੋਈ ਨਹੀਂ ਹੈ। ਥੋੜ੍ਹੇ ਟਾਈਮ ਬਾਅਦ ਉਸਨੇ ਦੇਖਿਆ ਕਿ ਕੁਝ ਕੁ ਰੱਬ ਦੇ ਪਿਆਰੇ ਆਏ ਹਨ, ਉੱਥੇ ਬੈਠ ਕੇ ਪਰਮੇਸ਼ਰ ਦੀ ਬੰਦਗੀ ਕਰਦੇ ਹਨ ਅਤੇ ਫਿਰ ਉਹਨਾਂ ਲਈ ਖਾਣੇ ਦੇ ਥਾਲ ਆਏ, ਪਰ ਉਸ ਪੀਰ ਦੇ ਲਈ ਖਾਣੇ ਦਾ ਥਾਲ ਨਹੀਂ ਆਇਆ। ਤਾਂ ਉਸਨੇ ਪੁੱਛਿਆ ਕਿ ਮੇਰੇ ਲਈ ਖਾਣੇ ਦਾ ਥਾਲ ਕਿਉਂ ਨਹੀਂ ਆਇਆ। ਤਾਂ ਫਿਰ ਉਹਨਾਂ ਪੀਰਾਂ ਫਕੀਰਾਂ ਨੇ ਦੱਸਿਆ ਕਿ ਤੁਸੀਂ ਪਰਮੇਸ਼ਰ ਦਾ ਭਾਣਾ ਨਹੀਂ ਮੰਨਿਆ ਹੈ, ਇਸ ਲਈ ਤੁਹਾਡਾ ਆਹਾਰ ਨਹੀਂ ਆਇਆ, ਕਿਉਂਕਿ ਤੁਸੀਂ ਪਰਮੇਸ਼ਰ ਦਾ ਭਾਣਾ ਨਹੀਂ ਮੰਨਿਆ। ਥੋੜ੍ਹੇ ਟਾਈਮ ਬਾਅਦ ਉਸਨੇ ਇੱਕ ਜਹਾਜ਼ ਨੂੰ ਡੁੱਬਦਾ ਵੇਖਿਆ ਅਤੇ ਕਿਹਾ ਕਿ ਇਹ ਜਹਾਜ਼ ਕਿਉਂ ਡੁੱਬ ਰਿਹਾ ਹੈ, ਕਿਉਂਕਿ ਇਸ ਵਿੱਚ ਕਿੰਨੇ ਆਦਮੀ ਹਨ, ਉਹ ਸਾਰੇ ਮਰ ਜਾਣਗੇ। ਇਹਨਾਂ ਨੂੰ ਜਹਾਜ਼ ਡੁੱਬਦਾ ਡੁੱਬਦਾ ਬਚ ਗਿਆ। ਫਿਰ ਉੱਥੇ ਬਾਰਿਸ਼ ਹੋਣ ਲੱਗੀ। ਉਸਨੇ ਕਿਹਾ, ਬਾਰਿਸ਼ ਕਿਉਂ ਹੋ ਰਹੀ ਹੈ, ਜਿੱਥੇ ਬਾਰਿਸ਼ ਦੀ ਲੋੜ ਹੈ ਉੱਥੇ ਬਾਰਿਸ਼ ਨਹੀਂ ਆਉਂਦੀ, ਪਰ ਇੱਥੇ ਪਾਣੀ ਦੇ ਵਿੱਚ ਬਾਰਿਸ਼ ਹੋ ਰਹੀ ਹੈ। ਤਾਂ ਬਾਰਿਸ਼ ਵੀ ਬੰਦ ਹੋ ਗਈ। ਤਾਂ ਫਿਰ ਉਹ ਸਾਰਾ ਦਿਨ ਉੱਥੇ ਹੀ ਰਿਹਾ ਅਤੇ ਅਗਲੇ ਦਿਨ ਫਿਰ ਉੱਥੇ ਹੀ ਬੈਠਾ ਰਿਹਾ। ਫਿਰ ਉਸੇ ਤਰ੍ਹਾਂ ਉਹ ਫਕੀਰ ਉੱਥੇ ਆਏ ਅਤੇ ਨਾਮ ਜਪਣ ਲੱਗੇ। ਤਾਂ ਉਸ ਪੀਰ ਨੇ ਉਹਨਾਂ ਗੁਰਮੁਖਾਂ ਨੂੰ ਪੁੱਛਿਆ ਕਿ ਗੁਰਮੁਖ ਦੇ ਕੀ ਲੱਛਣ ਹਨ, ਗੁਰਮੁਖ ਕੌਣ ਹੁੰਦੇ ਹਨ। ਤਾਂ ਉਹਨਾਂ ਨੇ ਦੱਸਿਆ ਕਿ ਤੇਰੀ ਉਮਰ ਕਿਤਨੀ ਹੈ। ਉਸਨੇ ਕਿਹਾ, ਜੀ ਮੈਨੂੰ ਤਾਂ ਮਾਲੂਮ ਨਹੀਂ ਹੈ। ਤਾਂ ਫਿਰ ਉਸ ਫਕੀਰ ਨੇ ਕਿਹਾ ਕਿ ਤੂੰ ਸਾਰੀ ਉਮਰ ਦੇ ਵਿੱਚੋਂ ਆਹ 2 ਦਿਨ ਭੁੱਖਾ ਰਿਹਾ ਹੈ, ਇਸ ਦਾ ਕੀ ਕਾਰਨ ਹੈ। ਤੂੰ ਪਰਮਾਤਮਾ ਦੇ ਹੁਕਮ ਦੀ ਉਲੰਘਣਾ ਕੀਤੀ ਹੈ, ਇਸ ਲਈ ਤੂੰ ਪਰਮਾਤਮਾ ਦੀ ਬਾਣੀ ਨੂੰ ਨਹੀਂ ਮੰਨਿਆ। ਜੋ ਗੁਰਮੁਖ ਹੁੰਦੇ ਹਨ ਉਹ ਪਰਮਾਤਮਾ ਦੇ ਹੁਕਮ ਵਿੱਚ ਰਹਿੰਦੇ ਹਨ। ਅਤੇ ਮਨਮੁਖ ਕੌਣ ਹੁੰਦੇ ਹਨ? ਮਨਮੁਖ ਉਹ ਹੁੰਦੇ ਹਨ ਜਿਹੜੇ ਗੁਰੂ ਦੇ ਕੀਤੇ ਹੋਏ ਹੁਕਮ ਨੂੰ ਨਹੀਂ ਮੰਨਦੇ, ਉਸਦੇ ਬਾਣੀ ਵਿੱਚ ਨਹੀਂ ਰਹਿੰਦੇ। ਉਹ ਬੇਮੁਖ ਹੁੰਦੇ ਹਨ। ਤਾਂ ਫਿਰ ਉਸ ਸਜੇ ਜਲਾਲ ਨੇ ਕਿਹਾ, ਸੰਤ ਜੀ ਇਹ ਗੱਲ ਸੱਚ ਹੈ, ਠੀਕ ਹੈ, ਹੁਣ ਮੇਰੀ ਨਿਸ਼ਾ ਹੋ ਗਈ ਹੈ, ਹੁਣ ਮੈਂ ਵਾਪਸ ਜਾਣਾ ਹੈ, ਕਿਉਂਕਿ ਮੈਂ ਆਪਣੀ ਜਗ੍ਹਾ 'ਤੇ ਇੱਕ ਫਕੀਰ ਛੱਡ ਕੇ ਆਇਆ ਹਾਂ। ਤਾਂ ਉਹਨਾਂ ਫਕੀਰਾਂ ਨੇ ਕਿਹਾ, ਤੂੰ ਉਸ ਫਕੀਰ ਨੂੰ ਛੱਡ ਗਿਆ ਹੈ, ਉਸਨੂੰ ਸਭ ਕੁਝ ਪਤਾ ਹੈ। ਤਾਂ ਉਸਨੇ ਕਿਹਾ, ਹੁਣ ਮੈਂ ਆਪਣੀ ਜਗ੍ਹਾ 'ਤੇ ਜਾਣਾ ਹੈ। ਇੰਨੇ ਨੂੰ ਇੱਕ ਜਹਾਜ਼ ਉੱਥੇ ਆ ਗਿਆ। ਉਹ ਜਹਾਜ਼ ਦੇ ਵਿੱਚ ਸਵਾਰ ਹੋ ਕੇ ਆਪਣੀ ਜਗ੍ਹਾ ਉੱਪਰ ਆ ਗਿਆ ਅਤੇ ਆਪਣੇ ਆਸਣ 'ਤੇ ਪਹੁੰਚ ਗਿਆ। ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ, ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ। ਗੁਰੂ ਸਾਹਿਬ ਜੀ ਨੇ ਪੁੱਛਿਆ, ਜਿਸ ਸਵਾਲ ਦਾ ਜਵਾਬ ਤੁਸੀਂ ਪੁੱਛਣ ਗਏ ਸੀ, ਤੁਹਾਨੂੰ ਉਸ ਸਵਾਲ ਦਾ ਜਵਾਬ ਮਿਲਿਆ ਹੈ?
ਤਾਂ ਉਸਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਆਪ ਜੀ ਨੂੰ ਸਭ ਕੁਝ ਮਾਲੂਮ ਹੈ। ਕਿਉਂਕਿ ਉਹ ਸਭ ਕੁਝ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜੋ ਪਰਮੇਸ਼ਰ ਦਾ ਹੁਕਮ ਮੰਨੇ, ਭਾਣੇ ਉੱਪਰ ਰਾਜੀ ਰਹੇ, ਦੁੱਖ ਸੁੱਖ ਨੂੰ ਸਾਂਭ ਕਰਕੇ ਜਾਣੇ, ਉਸਨੂੰ ਗੁਰਮੁਖ ਕਹਿੰਦੇ ਹਨ। ਅਤੇ ਜੋ ਖੁਦਾਈ ਦਾ ਹੁਕਮ ਨਹੀਂ ਮੰਨਦਾ ਉਹ ਮਨਮੁਖ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਉਸਨੂੰ ਪੁੱਛਿਆ, ਤੂੰ ਇਹ ਜਵਾਬ ਕਿੱਥੋਂ ਲੈ ਕੇ ਆਇਆ ਹੈ? ਤਾਂ ਉਸਨੇ ਸਭ ਕੁਝ ਦੱਸ ਦਿੱਤਾ। ਫਿਰ ਗੁਰੂ ਸਾਹਿਬ ਜੀ ਨੇ ਉਸਨੂੰ ਕਿਹਾ, ਹੁਣ ਸਾਨੂੰ ਵਿਦਾਇਗੀ ਦਿਓ। ਤਾਂ ਉਸ ਫਕੀਰ ਨੇ ਆਖਿਆ, ਤੁਸੀਂ ਗੁਰੂ ਜੀ ਕੁਝ ਸਮਾਂ ਸਾਡੇ ਪਾਸ ਰਹੋ ਅਤੇ ਸਾਡੇ ਨਾਲ ਰੱਬ ਦੀਆਂ ਗੱਲਾਂ ਕਰੋ। ਫਿਰ ਗੁਰੂ ਸਾਹਿਬ ਜੀ ਕੁਝ ਕੁ ਦਿਨ ਉਸਦੇ ਕੋਲ ਰਹੇ ਅਤੇ ਫਿਰ ਉਸ ਤੋਂ ਵਿਦਾਇਗੀ ਲੈ ਕੇ ਉਸ ਤੋਂ ਅੱਗੇ ਚੱਲ ਪਏ। ਸਾਖੀ ਸੰਪੂਰਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।